लोग कह रहे हैं कि साडा कंचूबर निकल गया जदों दी बीजेपी सरकार बनी है, मोदी सरकार बनी है। मोदी सरकार ने कहा सी कि अच्छे दिन आउणगे, पर अच्छे दिन आए नहीं। 15 ਲੱਖ खाते च आऊगा, 15 ਲੱਖ भी नहीं आया। कारण की बनया? ਅੱਜ ਅਸੀਂ 25 ਕਰੋੜ ਤੋਂ ਵੱਧ ਲੋਕਾਂ ਨੂੰ ਅਸੀਂ ਫ੍ਰੀ ਵੈਕਸੀਨੇਸ਼ਨ ਲਗਾਤੀ। ਸੋ ਐਡੀਆਂ ਸੈਂਕੜੋਂ ਯੋਜਨਾਵਾਂ ਜਿਹੜੀਆਂ ਆਮ ਲੋਕਾਂ ਦਾ, ਜਿਹੜੀਆਂ ਪਹਿਲੀਆਂ ਸਰਕਾਰਾਂ ਸ਼ੋਸ਼ਣ ਕਰਦੀਆਂ ਸੀ, ਉਹਨਾਂ ਦਾ ਜੀਵਨ ਸਤਰ ਰਹਿਣ ਦਾ ਇਸ ਮੌਜੂਦਾ ਸਰਕਾਰ ਨੇ ਉੱਚਾ ਕੀਤਾ। ਸੋ ਕਚੂਮਰ ਨਹੀਂ ਨਿਕਲਿਆ। ਜਿਹੜੀਆਂ ਰੋਜ਼ਮਰਾ ਦੀਆਂ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਨੇ, ਜਿੱਦਾਂ ਹੁਣ ਕਿਸਾਨ ਝੋਨਾ ਲਾ ਰਹੇ ਨੇ, ਉਹਨਾਂ ਨੇ ਹਰ ਰੋਜ਼ ਡੀਜ਼ਲ ਵਰਤਣਾ ਆ। ਪੈਟਰੋਲ ਜਿਹੜਾ ਕਿਸਾਨ ਵੀ ਵਰਤਦੇ ਤੇ ਆਮ ਲੋਕ ਵੀ ਵਰਤਦੇ ਨੇ, ਇਹਨਾਂ ਦਾ ਰੇਟ ਕਿਉਂ ਦੁੱਗਣਾ ਹੋ ਗਿਆ? 135 ਕਰੋੜ ਦੇ ਦੇਸ਼ ਦੀ ਇੱਕ ਜਾਨ ਦੀ ਰੱਖਿਆ, ਜਿਹਨੂੰ ਪਹਿਲਾਂ ਕੋਈ ਜਾਨ ਦੀ ਕੀਮਤ ਨਹੀਂ ਪਾਉਂਦਾ ਸੀ, ਇਸ ਸਰਕਾਰ ਨੇ ਇਕੋਨੋਮੀ ਦੀ ਚਿੰਤਾ ਨਾ ਕਰਦੇ ਹੋਏ ਦੇਸ਼ ਦੀ ਇੱਕ ਜਾਨ ਦੀ ਚਿੰਤਾ ਕੀਤੀ। ਔਰ ਇਸ ਮਹਾਮਾਰੀ ਵਿੱਚ ਵੀ ਜਿਸ ਤਰ੍ਹਾਂ ਦਾ ਕੰਟਰੋਲ ਕੀਤਾ, ਤਾਂ ਉਹ ਐਡੇ ਹੈਵੀ ਖਰਚੇ ਦੇ ਬਾਵਜੂਦ ਜੇ ਬੜਾ ਮਾਈਨਰ ਜਾਂ 2-4 ਚੀਜ਼ਾਂ 'ਚ ਐਸੇ ਰੇਟ ਪਾਉਂਦੇ ਆ, ਅਦਰਵਾਈਜ਼ ਜਿਹੜੇ ਹੈਗੇ ਆਮ ਜਿਹੜੀ ਰੋਜ਼ਮਰਾ ਦੀਆਂ ਰੇਟਸ ਹੈ ਉਹ ਕੰਟਰੋਲ 'ਚ ਹੈ। ਗੱਲ ਕਰੀਏ ਤਾਂ ਟੈਕਸ ਵੀ ਤਾਂ ਲੋਕਾਂ ਦੀ ਜੇਬ ਵਿੱਚੋਂ ਹੀ ਜਾਂਦਾ ਆ। ਸਰਕਾਰਾਂ ਦਾ ਫਰਜ਼ ਬਣਦਾ ਆ, ਕਿਉਂਕਿ ਜਿਹੜਾ ਰਾਜਾ ਹੁੰਦਾ ਆ ਉਹਨੂੰ ਫਿਕਰ ਹੁੰਦਾ ਆਪਣੀ ਪ੍ਰਜਾ ਦਾ। ਤਾਂ ਇਹ ਕੋਈ ਆਪਾਂ ਅਹਿਸਾਨ ਤਾਂ ਨਹੀਂ ਕੀਤਾ ਲੋਕਾਂ ਦੇ ਉੱਪਰ। ਗੱਲ ਕਰੀਏ ਤਾਂ ਟੈਕਸ ਵੀ ਤਾਂ ਲੋਕਾਂ ਦੀ ਜੇਬ ਵਿੱਚੋਂ ਹੀ ਜਾਂਦਾ ਆ। ਸਰਕਾਰਾਂ ਦਾ ਫਰਜ਼ ਬਣਦਾ ਆ, ਕਿਉਂਕਿ ਜਿਹੜਾ ਰਾਜਾ ਹੁੰਦਾ ਆ ਉਹਨੂੰ ਫਿਕਰ ਹੁੰਦਾ ਆਪਣੀ ਪ੍ਰਜਾ ਦਾ। ਤਾਂ ਇਹ ਕੋਈ ਆਪਾਂ ਅਹਿਸਾਨ ਤਾਂ ਨਹੀਂ ਕੀਤਾ ਲੋਕਾਂ ਦੇ ਉੱਪਰ। ਦੇਸ਼ ਦੇ ਲੋਕਾਂ ਦਾ ਜਿਹੜਾ ਟੈਕਸ ਸੀ, ਉਹ ਪੁਰਾਣੀਆਂ ਸਰਕਾਰਾਂ ਦੇ ਲੀਡਰ, ਉਹਨਾਂ ਦੇ ਚਹੇਤੇ, ਉਹਨਾਂ ਦੇ ਭੈਣ ਭਾਈ, ਉਹਨਾਂ ਦੇ ਜਵਾਈਆਂ ਦੇ ਘਰਾਂ 'ਚ ਜਾਂਦਾ ਸੀ। ਮੇਰੀ ਇੱਕ ਪ੍ਰਾਰਥਨਾ ਹੈ, ਕਿਤੇ ਵੀ 4 ਕਿਸਾਨ ਇਕੱਠੇ ਕਰਕੇ ਇੱਕ ਵਾਰ ਨਾਰਾ ਜ਼ਰੂਰ ਲਗਵਾ ਦਿਓ ਵੀ ਮੋਦੀ ਜਿੰਦਾਬਾਦ। ਮੁਰਦਾਬਾਦ ਹੀ ਕਰੀ ਜਾਓਗੇ ਤੇ ਜਿੰਦਾਬਾਦ ਵੀ ਕਰੋ, ਜੇਬ ਮਿਲਿਆ। ਉਹ ਆਜ਼ਾਦ ਪੰਛੀ ਦੀ ਤਰ੍ਹਾਂ, ਜਿਹੜਾ ਤੁਸੀਂ ਗੱਲ ਕੀਤੀ ਹੈ ਵੀ ਜਾਨ ਨਹੀਂ ਦਿੰਦੇ, ਉਹ ਆਜ਼ਾਦ ਪੰਛੀ ਦੀ ਤਰ੍ਹਾਂ ਆਪਣਾ ਵਪਾਰ ਕਰ ਸਕੇ। ਕਿਸਾਨੀ ਨੂੰ ਵਪਾਰ ਦੀ ਤਰ੍ਹਾਂ ਯੂਜ਼ ਕਰਦੇ ਹੋਏ ਵਪਾਰ ਦੀ ਲਾਈਨ 'ਤੇ ਲਿਆ ਕੇ ਉਹ ਤਰੱਕੀ ਕਰ ਸਕੇ, ਇਹ ਸਰਕਾਰ ਕਰਨਾ ਚਾਹੁੰਦੀ। ਦੇ ਸਰਕਾਰਾਂ ਜਿੱਦ ਨਾਲ ਨਹੀਂ ਚੱਲਦੀਆਂ, ਸਰਕਾਰ ਝੁਕਦੀ ਰਹੀ ਹੈ। ਮੈਂ ਸਮਝਦਾ ਦੇਸ਼ ਦਾ ਜੇ ਅਸੀਂ ਭਲਾ ਚਾਹੁੰਦੇ ਹਾਂ, ਜੇ ਕਿਸਾਨ ਵੀਰਾਂ ਦਾ ਭਲਾ ਚਾਹੁੰਦੇ ਹਾਂ, ਜੇ ਅਸੀਂ ਆਪਣੇ ਸਟੇਟ ਦੀ ਭਲਾ ਚਾਹੁੰਦੇ ਹਾਂ, ਤਾਂ ਸਾਨੂੰ ਕਿਤੇ ਨਾ ਕਿਤੇ ਬਹਿ ਕੇ ਇਹਦਾ ਹੱਲ ਕਰਨਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮ ਤੇ ਮੈਂ ਹਾਂ ਸੁਖ ਗਿੱਲ। ਅੱਜ ਆਪਾਂ ਗੱਲ ਕਰਾਂਗੇ, ਬੀਜੇਪੀ ਦੇ ਆਗੂ ਨੇ ਸਾਡੇ ਨਾਲ ਮੌਜੂਦ, ਪ੍ਰਵੀਨ ਬਾਂਸਲ ਜੀ, ਜਿਹੜੇ ਕਿ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਨੇ ਬੀਜੇਪੀ ਦੇ। ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਨੇ। ਬੇਸ਼ੱਕ ਪੈਟਰੋਲ ਵੀ 100 ਦੇ ਸੈਂਚਰੀ ਮਾਰ ਚੱਲਿਆ, ਪਰ ਆਪਾਂ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਕਾਰਨ ਕੀ ਹੈ ਇਹਦਾ। ਕਿਉਂਕਿ ਪੰਜਾਬ ਸਰਕਾਰ ਨੇ ਅੱਜ ਧਰਨਾ ਦਿੱਤਾ ਆ ਬੀਜੇਪੀ ਦੇ ਖਿਲਾਫ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਨੇ। ਬੀਜੇਪੀ ਵਾਲੇ ਕਹਿ ਰਹੇ ਨੇ ਕਿ ਪੰਜਾਬ ਜਿਹੜੇ ਕੈਪਟਨ ਸਰਕਾਰ ਆ, ਉਹ ਆਪਣਾ ਵੈਟ ਘਟਾਵੇ, ਉਹ ਆਪਣਾ ਟੈਕਸ ਘੱਟ ਕਰ ਲਈ ਤਾਂ ਪੰਜਾਬ ਦੇ ਲੋਕਾਂ ਨੂੰ ਕੁਝ ਰਾਹਤ ਮਿਲੇਗੀ। ਤਾਂ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਂਦੇ ਹਾਂ। ਸਰ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ, ਜੈ ਹਿੰਦ। ਤੁਹਾਡਾ ਧੰਨਵਾਦ ਹੈ ਵੀ ਤੁਸੀਂ ਆਪਣਾ ਵਕਤ ਦਿੱਤਾ ਔਰ ਸਾਡੀ ਗੱਲਬਾਤ ਜਨਤਾ ਤੱਕ ਪਹੁੰਚਾਓਗੇ। ਧੰਨਵਾਦ ਤੁਹਾਡਾ ਜੀ। ਬਾਂਸਲ ਸਾਹਿਬ, ਸਭ ਤੋਂ ਪਹਿਲਾਂ ਤਾਂ ਮੇਨ ਗੱਲ ਆਪਾਂ ਕਰਦੇ ਕਿ 7 ਸਾਲ ਹੋ ਗਏ ਨੇ ਬੀਜੇਪੀ ਸਰਕਾਰ ਨੂੰ, ਪੂਰੇ ਹੋ ਗਏ ਨੇ ਪਿਛਲੇ ਦਿਨੀ 7 ਸਾਲ। ਪਰ ਲੋਕ ਕਹਿ ਰਹੇ ਨੇ ਕਿ ਸਾਡਾ ਕੰਚੂਬਰ ਨਿਕਲ ਗਿਆ ਜਦੋਂ ਦੀ ਬੀਜੇਪੀ ਸਰਕਾਰ ਬਣੀ ਹੈ, ਮੋਦੀ ਸਰਕਾਰ ਬਣੀ ਆ। ਮੋਦੀ ਸਰਕਾਰ ਨੇ ਕਿਹਾ ਸੀ ਕਿ ਅੱਛੇ ਦਿਨ ਆਉਣਗੇ, ਪਰ ਅੱਛੇ ਦਿਨ ਆਏ ਨਹੀਂ। 15 ਲੱਖ ਖਾਤੇ 'ਚ ਆਊਗਾ, 15 ਲੱਖ ਵੀ ਨਹੀਂ ਆਇਆ। ਕਾਰਨ ਕੀ ਬਣਿਆ ਇਹਦਾ? ਦੇਖੋ, ਮੇਰਾ ਖਿਆਲ ਹੈ, ਮੈਂ ਸਮਝ ਨਹੀਂ ਸਕਿਆ ਵੀ ਤੁਹਾਨੂੰ ਕਿਹੜੇ ਲੋਕ ਮਿਲਦੇ ਆ ਜਿਹੜੇ ਲੋਕਾਂ ਨੇ ਤੁਹਾਨੂੰ ਕਿਹਾ ਵੀ ਸਾਡਾ ਕੰਜ਼ਿਊਮਰ ਨਿਕਲ ਗਿਆ। ਕੰਜ਼ਿਊਮਰ ਕਿਹਾ ਜਾਂ ਕਚੂਮਰ ਕਿਹਾ? ਕਚੂਮਰ ਨਿਕਲ ਗਿਆ, ਪੰਜਾਬੀ ਦਾ ਸ਼ਬਦ ਹੈ ਜੀ। ਜੇ ਅਸੀਂ ਹਿੰਦੁਸਤਾਨ ਦੀ ਆਜ਼ਾਦ ਭਾਰਤ ਦੀ 1947 ਤੋਂ ਬਾਅਦ ਅੱਜ ਤੱਕ ਦੇ ਸਾਰੇ ਪੀਰੀਅਡ ਦਾ ਅਸੀਂ ਕੰਪੈਰੀਜ਼ਨ ਕਰੀਏ, ਜਿਹੜੇ 7 ਸਾਲ ਹੈ, ਇਹ ਹਿੰਦੁਸਤਾਨ ਦੀ ਹਿਸਟਰੀ ਦੇ ਗੋਲਡਨ ਪੀਰੀਅਡ ਹੋਣਗੇ। ਮਹਾਮਾਰੀ ਵਰਗੀ ਜਿਹੜੀ ਵਿਸ਼ਵ ਐਡੀ ਕੁਦਰਤੀ ਮਹਾਮਾਰੀ ਆਈ ਹੈ ਕਰੋਨਾ ਦੀ, ਉਹਦੇ ਬਾਵਜੂਦ ਹਿੰਦੁਸਤਾਨ ਦੇ ਅੰਦਰ ਕਰੀਬ 8 ਕਰੋੜ ਤੋਂ ਵੱਧ ਪਰਿਵਾਰਾਂ ਨੂੰ
ਫ੍ਰੀ ਗੈਸ ਕਨੈਕਸ਼ਨ ਦਿੱਤੇ ਗਏ, ਜੀ ਹਰ ਘਰ ਤੱਕ ਬਿਜਲੀ ਪਹੁੰਚੇ ਇਸ ਦਾ ਇੰਤਜ਼ਾਮ ਕੀਤਾ ਗਿਆ ਜੀ ਔਰ ਹਰ ਇੱਕ ਇਨਸਾਨ ਨੂੰ ਇੱਕ ਪੱਕਾ ਮਕਾਨ ਹੋਵੇ ਉਹਦੇ ਵਾਸਤੇ 2022 ਤੱਕ ਦਾ ਟਾਰਗੇਟ ਪੂਰਾ ਕਰਦੇ ਹੋਏ ਅੱਜ ਕਾਫੀ ਉਹਨਾਂ ਨੂੰ ਲੋਕਾਂ ਨੂੰ ਮਕਾਨ ਮਿਲ ਗਏ। ਅੱਜ ਹਿੰਦੁਸਤਾਨ ਦੀਆਂ ਜਿਹੜੀਆਂ 4 ਲੇਨ 8 ਲੇਨ ਤੁਹਾਨੂੰ ਹਾਈਵੇਜ਼ ਨਜ਼ਰ ਆਉਂਦੇ ਹੈ, ਅੱਜ ਅਸੀਂ ਵਰਲਡ ਕਲਾਸ ਹਾਈਵੇਜ਼ ਦਾ ਅਸੀਂ ਟੀਚਾ ਪੂਰਾ ਕੀਤਾ। ਜਿਹੜੇ ਅੱਗੇ ਪਾਡੇ ਦੀ ਐਵਰੇਜ ਕਾਂਗਰਸ ਗਵਰਨਮੈਂਟ ਦੇ ਵੇਲੇ 4-5 ਕਿਲੋਮੀਟਰ ਸੀ, ਅੱਜ ਕਰੀਬ 30 ਕਿਲੋਮੀਟਰ ਦੇ ਕਰੀਬ ਹੈ। ਮੋਦੀ ਸਰਕਾਰ ਨੇ ਦੁਨੀਆ ਦੀ ਸਭ ਤੋਂ ਵੱਡੀ ਹੈਲਥ ਸਕੀਮ ਆਯੁਸ਼ਮਾਨ ਯੋਜਨਾ ਲਾਗੂ ਕੀਤੀ, ਜਿਹਦੇ ਨਾਲ ਕਰੀਬ 50 ਕਰੋੜ ਘੱਟੋ ਘੱਟ 50 ਕਰੋੜ ਲੋਕਾਂ ਨੂੰ ਉਹਦਾ ਫਾਇਦਾ ਹੋਣਾ ਹੈ। ਲੋਕਡਾਊਨ ਦੇ ਅੰਦਰ ਕਰੀਬ 80 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਫ੍ਰੀ ਅਨਾਜ ਮਿਲਿਆ। ਇਸ ਦੇ ਨਾਲ ਨਾਲ ਇਨਫਰਾਸਟ੍ਰਕਚਰ ਨੂੰ ਬਦਲਾਓ, GST ਵਰਗੇ ਅਸੀਂ ਬਦਲਾਓ ਕਰਕੇ ਦੇਸ਼ ਨੂੰ ਵਨ ਨੇਸ਼ਨ ਵਨ ਟੈਕਸ ਦੇ ਹਿਸਾਬ ਨਾਲ, ਵਨ ਨੇਸ਼ਨ ਵਨ ਸਨ ਦੇ ਹਿਸਾਬ ਨਾਲ ਅਸੀਂ ਦੇਸ਼ ਨੂੰ ਇੱਕ ਕਰਨ ਦੀਆਂ ਐਸੀਆਂ ਸੈਂਕੜੋਂ ਯੋਜਨਾਵਾਂ। ਜਿਹੜੇ ਦੇਸ਼ ਸਾਡਾ ਕ੍ਰਿਸ਼ੀ ਪ੍ਰਧਾਨ ਦੇਸ਼ ਹੈ ਔਰ ਦੇਸ਼ ਦਾ ਕਿਸਾਨ ਆਤਮ ਹੱਤਿਆ ਕਰਦਾ ਸੀਗਾ, ਉਹਨੂੰ ਰੋਕਣ ਲਈ ਅਸੀਂ ਉਹਨਾਂ ਦੀ ਇਨਕਮ ਦੁੱਗਣੀ ਕਰਨ ਵਾਸਤੇ ਜਿੱਥੇ ਫਸਲ ਬੀਮਾ ਯੋਜਨਾ, ਕਿਸਾਨ ਸਨਮਾਨ ਨਿਧੀ, ਸੋਇਲ ਟੈਸਟਿੰਗ, ਯੂਰੀਆ 'ਚ ਨੀਮ ਕੋਟਡ ਯੂਰੀਆ, ਹਰ ਖੇਤਰ ਦੇ ਅੰਦਰ, ਵਪਾਰ ਦੇ ਅੰਦਰ, ਕਿਸਾਨੀ ਦੇ ਅੰਦਰ, ਭੈਣਾਂ ਨੂੰ ਮਾਨ ਸਨਮਾਨ ਦੇਣ ਲਈ, ਬੱਚਿਆਂ ਨੂੰ ਮਾਨ ਸਨਮਾਨ ਦੇਣ ਲਈ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਅਸੀਂ ਨਾਰਾ ਦਿੱਤਾ, ਉਹਨੂੰ ਗਰਾਊਂਡ 'ਤੇ ਇੰਪਲੀਮੈਂਟ ਵੀ ਕੀਤਾ। ਬਾਰਡਰ ਦੇ ਉੱਪਰ ਜਿਹੜੇ ਸਾਡੇ ਫੌਜੀ ਵੀਰ ਜਿਹੜੇ ਸਰਕਾਰ ਦੀਆਂ ਕਮਜ਼ੋਰੀਆਂ ਕਰਕੇ ਇੱਕ ਬੰਧਨ 'ਚ ਸੀਗੇ, ਅੱਜ ਅਸੀਂ ਜੇ ਸਾਡੇ ਪਾਕਿਸਤਾਨ ਨੇ ਪੁਲਵਾਮਾ ਅਟੈਕ ਕੀਤਾ ਤਾਂ ਅਸੀਂ ਪਾਕਿਸਤਾਨ ਦੇ ਅੰਦਰ ਵੜ ਕੇ ਆਪਣੇ ਦੇਸ਼ ਦਾ ਮਾਨ ਸਨਮਾਨ ਵਧਾਇਆ। ਅੱਜ ਨੈਸ਼ਨਲ ਇੰਟਰਨੈਸ਼ਨਲ ਪਾਲਿਸੀ ਦੀ ਗੱਲ ਕਰੀਏ ਪੂਰੇ ਵਰਲਡ ਦੇ ਅੰਦਰ, ਜਿਸ ਹਿੰਦੁਸਤਾਨ ਨੂੰ ਪੁਰਾਣੀਆਂ ਸਰਕਾਰਾਂ ਨੇ ਗਰੀਬ ਦੇਸ਼, ਭੁੱਖਮਰਿਆਂ ਦਾ ਦੇਸ਼, ਅਨਪੜ੍ਹ ਦਾ ਦੇਸ਼ ਇਸ ਤਰ੍ਹਾਂ ਦੀ ਪ੍ਰੋਜੈਕਸ਼ਨ ਕੀਤੀ ਹੋਈ ਸੀ, ਅੱਜ ਦੁਨੀਆ ਉਹਨੂੰ ਮਾਨ ਸਨਮਾਨ ਦੇ ਨਾਲ ਦੇਖਦੀ ਹੈ। ਅੱਜ ਉਹ ਦੇਸ਼ ਆਪਦਾ ਵੇਲੇ ਭਾਰਤ 70 80 ਦੇਸ਼ਾਂ ਦੀ ਮਦਦ ਕਰਦਾ। ਜਿਸ ਦੇਸ਼ 'ਚ ਇੱਕ ਕਿੱਟ ਨਹੀਂ ਬਣਦੀ ਸੀਗੀ ਜਿਹੜੀ ਕਰੋਨਾ ਵੇਲੇ ਕੰਮ ਆਉਂਦੀ ਹੈ, ਅੱਜ ਅਸੀਂ ਦੂਸਰੇ ਦੇਸ਼ਾਂ ਨੂੰ ਸਪਲਾਈ ਕਰਦੇ ਹਾਂ। ਅੱਜ ਅਸੀਂ 25 ਕਰੋੜ ਤੋਂ ਵੱਧ ਲੋਕਾਂ ਨੂੰ ਅਸੀਂ ਫ੍ਰੀ ਵੈਕਸੀਨੇਸ਼ਨ ਲਗਾਤੀ। ਸੋ ਐਡੀਆਂ ਸੈਂਕੜੋਂ ਯੋਜਨਾਵਾਂ ਜਿਹੜੀਆਂ ਆਮ ਲੋਕਾਂ ਦਾ, ਜਿਹੜੀਆਂ ਪਹਿਲੀਆਂ ਸਰਕਾਰਾਂ ਸ਼ੋਸ਼ਣ ਕਰਦੀਆਂ ਸੀ, ਉਹਨਾਂ ਦਾ ਜੀਵਨ ਸਤਰ ਰਹਿਣ ਦਾ ਇਸ ਮੌਜੂਦਾ ਸਰਕਾਰ ਨੇ ਉੱਚਾ ਕੀਤਾ। ਸੋ ਕਚੂਮਰ ਨਹੀਂ ਨਿਕਲਿਆ। ਅੱਜ ਉਹ ਮਾਨ ਸਨਮਾਨ ਦੇ ਨਾਲ, ਇੱਕ ਰੇਹੜੀ ਵਾਲਾ ਵੀ ਅੱਜ ਉਹ ਬੈਂਕ 'ਚ ਖਾਤਾ ਖੁਲਾ ਕੇ ਕ੍ਰੈਡਿਟ ਕਾਰਡ ਦੇ ਥਰੂ ਅੱਜ ਉਹਨੂੰ ਮਾਨ ਸਨਮਾਨ ਦੇ ਨਾਲ ਆਪਣਾ ਕੰਮ ਕਰਦਾ। ਅਸੀਂ ਇਸ ਦੇਸ਼ ਨੂੰ ਇੱਕ ਨਵੀਂ ਉਡਾਨ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ, ਜਿਹਦਾ ਨੇਤਰਤਵ ਆਦਰਣੀ ਸ਼੍ਰੀ ਨਰਿੰਦਰ ਮੋਦੀ ਜੀ ਕਰ ਰਹੇ। ਬਾਂਸਲ ਸਾਹਿਬ, ਗੱਲ ਜੇ ਕਰੀਏ ਗਰਾਊਂਡ ਜ਼ੀਰੋ ਦੀ ਗੱਲ ਕਰੀਏ ਤਾਂ ਜਿਹੜੀ ਸਰੋਂ ਦੇ ਤੇਲ ਦੀ ਬੋਤਲ 70 ਰੁਪਏ ਸੀ, ਅੱਜ 170 ਰੁਪਏ ਹੋ ਗਈ। ਜਿਹੜਾ ਡੀਜ਼ਲ ਦਾ ਰੇਟ 50 ਰੁਪਏ ਤੋਂ ਚੱਲਿਆ ਸੀ, ਅੱਜ 99 ਰੁਪਏ ਹੋ ਗਿਆ। ਪੈਟਰੋਲ ਦਾ ਰੇਟ 97 ਰੁਪਏ ਤੋਂ ਉੱਪਰ ਹੋ ਗਿਆ। ਜਿਹੜੀਆਂ ਰੋਜ਼ਮर्रा ਦੀਆਂ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਨੇ, ਜਿੱਦਾਂ ਹੁਣ ਕਿਸਾਨ ਝੋਨਾ ਲਾ ਰਹੇ ਨੇ, ਉਹਨਾਂ ਨੇ ਹਰ ਰੋਜ਼ ਡੀਜ਼ਲ ਵਰਤਣਾ ਆ। ਪੈਟਰੋਲ ਜਿਹੜਾ ਕਿਸਾਨ ਵੀ ਵਰਤਦੇ ਤੇ ਆਮ ਲੋਕ ਵੀ ਵਰਤਦੇ ਨੇ, ਇਹਨਾਂ ਦਾ ਰੇਟ ਕਿਉਂ ਦੁੱਗਣਾ ਹੋ ਗਿਆ ਫਿਰ? ਦੇਖੋ, ਜਿੱਥੇ ਤੱਕ ਤਾਂ ਤੁਸੀਂ ਗੱਲ ਕੀਤੀ ਕਿਸਾਨਾਂ ਦੀ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਆਮਦਨ ਦੁੱਗਣੀ ਕਰਨ 'ਚ MSP ਜਿਹੜਾ ਉਹਨਾਂ ਦਾ ਕਾਸਟ ਪ੍ਰਾਈਸ ਹੈ, ਉਹਦੀਆਂ ਕਈ ਫਸਲਾਂ ਦਾ
ਉਹਦਾ ਪ੍ਰੋਫਿਟ ਜਿਹੜਾ ਹੈ ਮੌਜੂਦਾ ਸਰਕਾਰ ਨੇ ਕਈਆਂ ਦਾ 85% ਅਬਵ ਦਿੱਤਾ, ਕਈਆਂ ਦਾ 70% ਅਬਵ ਦਿੱਤਾ, ਕਈਆਂ ਦਾ 60% ਅਬਵ ਦਿੱਤਾ। ਉਹ ਖਰਚੇ ਤੇ ਦਿੱਤਾ, ਉਹ ਕੋਈ ਬਾ ਖਰਚਾ ਹੋਇਆ। ਔਰ ਐਤਕੀ ਤਾਂ ਜਿਹੜੀ ਰਿਕਾਰਡ ਤੋੜ ਜਿਹੜੀ ਖਰੀਦ ਕੀਤੀ ਹੈ ਫਸਲ ਸਰਕਾਰ ਨੇ। ਦੂਸਰੀ ਗੱਲ ਰੇਟ ਵਧਣ ਦੀ ਗੱਲ ਕਰੀਏ, ਤੁਸੀਂ ਜਿਹੜੀਆਂ ਆਈਟਮਾਂ ਪਿਛਲੀਆਂ ਸਰਕਾਰਾਂ 'ਚ ਇਹ ਆਮ ਦਾਲਾਂ ਜਿਹੜੀਆਂ 100 ਸਵਾ 100 ਤੇਲ 150 ਤੱਕ ਸੀਗੇ, ਤਾਂ ਸਾਡੇ ਟਾਈਮ 'ਚੋਂ ਘੱਟ ਆਏ। ਹਾਂ, ਤੁਹਾਡੀ ਗੱਲ ਠੀਕ ਹੈ, ਕੁਛ ਚੀਜ਼ਾਂ ਦੇ ਰੇਟ ਵਧੇ। ਉਦੋਂ ਵੀ ਪੈਟਰੋਲ 80 75 80 ਤੋਂ ਮੁੜਿਆ ਕਾਂਗਰਸ ਟਾਈਮ ਦੇ। ਕੁਛ ਚੀਜ਼ਾਂ 'ਚ ਕੁਛ ਚੀਜ਼ਾਂ 'ਚ 80 ਰੇਟ ਦਾ ਫਰਕ ਹੈ। ਲੇਕਿਨ ਤੁਸੀਂ ਇੱਕ ਚੀਜ਼ ਦੇ ਨੋਟ ਕਰੋ, ਪਿਛਲੇ ਮਾਰਚ ਤੋਂ ਲੈ ਕੇ ਹੁਣ ਤੱਕ ਸਾਡੀਆਂ ਗੱਡੀਆਂ ਬੰਦ ਹੈ, ਸਾਡਾ ਵਪਾਰ ਬੰਦ ਹੈ, ਸਾਡੀ ਪ੍ਰੋਡਕਸ਼ਨ ਬੰਦ ਹੈ, ਫ੍ਰੀ ਬੱਸਾਂ ਚੱਲਦੀਆਂ ਰਹੀਆਂ, ਫ੍ਰੀ ਰੇਲ ਗੱਡੀਆਂ ਚੱਲਦੀ ਰਹੀਆਂ। ਇਹ ਸਰਕਾਰ ਨੇ ਵੈਕਸੀਨੇਸ਼ਨ 25 ਕਰੋੜ ਲੋਕਾਂ ਨੂੰ ਫ੍ਰੀ ਦਿੱਤੀ, ਆਕਸੀਜਨ ਦੇ ਪਲਾਂਟ ਲਗਾਏ, ਉਹਨਾਂ ਨੇ ਇੰਜੈਕਸ਼ਨ ਦਾ ਇੰਤਜ਼ਾਮ ਕੀਤਾ, ਉਹਨਾਂ ਨੂੰ ਵੈਂਟੀਲੇਟਰਸ ਫ੍ਰੀ ਦਿੱਤੇ। ਕਿੰਨਾ ਕੁਛ 135 ਕਰੋੜ ਦਾ ਦੇਸ਼ ਹੈ। 135 ਕਰੋੜ ਦੇ ਦੇਸ਼ ਦੀ ਇੱਕ ਇੱਕ ਜਾਨ ਦੀ ਰੱਖਿਆ, ਜਿਹਨੂੰ ਪਹਿਲਾਂ ਕੋਈ ਜਾਨ ਦੀ ਕੀਮਤ ਨਹੀਂ ਪਾਉਂਦਾ ਸੀ, ਇਸ ਸਰਕਾਰ ਨੇ ਇਕੋਨਮੀ ਦੀ ਚਿੰਤਾ ਨਾ ਕਰਦੇ ਹੋਏ ਦੇਸ਼ ਦੀ ਇੱਕ ਇੱਕ ਜਾਨ ਦੀ ਚਿੰਤਾ ਕੀਤੀ। ਔਰ ਇਸ ਮਹਾਮਾਰੀ ਵਿੱਚ ਵੀ ਜਿਸ ਤਰ੍ਹਾਂ ਦਾ ਕੰਟਰੋਲ ਕੀਤਾ, ਤਾਂ ਉਹ ਐਡੇ ਹੈਵੀ ਖਰਚੇ ਦੇ ਬਾਵਜੂਦ ਜੇ ਬੜਾ ਮਾਈਨਰ ਜਾਂ 2-4 ਚੀਜ਼ਾਂ 'ਚ ਐਸੇ ਰੇਟ ਪਤੇ ਆ, ਅਦਰਵਾਈਜ਼ ਜਿਹੜੇ ਹੈਗੇ ਆਮ ਜਿਹੜੀ ਰੋਜ਼ਮਰਾ ਦੀਆਂ ਰੇਟਸ ਹੈ ਉਹ ਕੰਟਰੋਲ 'ਚ ਹੈ। ਸਰ, ਤੁਸੀਂ ਗੱਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਜੋ ਵੀ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਂ ਦੂਜਾ ਤੀਜਾ, ਗੱਲ ਕਰੀਏ ਤਾਂ ਟੈਕਸ ਵੀ ਤਾਂ ਲੋਕਾਂ ਦੀ ਜੇਬ ਵਿੱਚੋਂ ਹੀ ਜਾਂਦਾ ਆ। ਸਰਕਾਰਾਂ ਦਾ ਫਰਜ਼ ਬਣਦਾ ਆ, ਕਿਉਂਕਿ ਜਿਹੜਾ ਰਾਜਾ ਹੁੰਦਾ ਆ ਉਹਨੂੰ ਫਿਕਰ ਹੁੰਦਾ ਆਪਣੀ ਪ੍ਰਜਾ ਦਾ। ਤਾਂ ਇਹ ਕੋਈ ਆਪਾਂ ਅਹਿਸਾਨ ਤਾਂ ਨਹੀਂ ਕੀਤਾ ਲੋਕਾਂ ਦੇ ਉੱਪਰ? ਬਿਲਕੁਲ ਠੀਕ ਹੈ। ਹੁਣ ਮੋਦੀ ਜੀ ਪ੍ਰਾਈਮ ਮਿਨਿਸਟਰ ਹੈ, ਕੋਈ ਪੱਲੇ ਤੋਂ ਨਹੀਂ ਦਿੱਤਾ ਉਹਨਾਂ ਨੇ, ਪਰ ਲੋਕਾਂ ਦਾ ਖੂਨ ਚੂਸ ਕੇ ਟੈਕਸ ਨਹੀਂ ਲਿੱਤਾ, ਲੋਕਾਂ ਨੂੰ ਤੰਗ ਨਹੀਂ ਕੀਤਾ, ਲੋਕਾਂ ਨੂੰ GST ਲਾ ਕੇ ਇੱਕ ਵਧੀਆ ਸਟ੍ਰੀਮਲਾਈਨ ਕਰਤਾ, ਕਿਸੇ ਵਪਾਰੀ ਨੂੰ ਤੰਗ ਨਹੀਂ ਕੀਤਾ। ਅੱਗੇ ਜਿਹੜਾ ਸਰਕਾਰਾਂ ਟੈਕਸ ਲੈਂਦੀਆਂ ਸੀ ਉਹ ਆਪਣਾ ਵਿਕਾਸ ਕਰਦੀਆਂ ਸੀ। ਤੁਸੀਂ ਦੇਖੋ ਐਸੇ ਪਿਛਲੇ ਟਾਈਮ ਦੇ ਅੰਦਰ ਰੋਜ਼ ਹੀ ਨਵਾਂ ਸਕੈਮ ਹੁੰਦਾ ਸੀ। ਜੇ ਸਕੈਮ ਵੀ ਹੁੰਦਾ ਸੀ, ਕੋਈ ਵੀ ਸਕੈਮ 25 30 50 ਹਜ਼ਾਰ ਕਰੋੜ ਤੋਂ ਘੱਟ ਨਹੀਂ ਹੁੰਦਾ ਸੀ। ਲੱਖ 2 ਲੱਖ ਕਰੋੜ ਨੂੰ ਤਾਂ ਬੜੀ ਮਾਮੂਲੀ ਗੱਲ ਸੀ। 1,85,000 ਕਰੋੜ, 85,000 ਕਰੋੜ, 1,10,000 ਕਰੋੜ ਵੱਡੇ ਸਕੈਮ ਹੁੰਦੇ ਸੀ। ਦੇਸ਼ ਦੇ ਲੋਕਾਂ ਦਾ ਜਿਹੜਾ ਟੈਕਸ ਸੀ ਉਹ ਪੁਰਾਣੀਆਂ ਸਰਕਾਰਾਂ ਦੇ ਲੀਡਰ, ਉਹਨਾਂ ਦੇ ਚਹੇਤੇ, ਉਹਨਾਂ ਦੇ ਭੈਣ ਭਾਈ, ਉਹਨਾਂ ਦੇ ਜਵਾਈਆਂ ਦੇ ਘਰਾਂ 'ਚ ਜਾਂਦਾ ਸੀ। ਲੇਕਿਨ ਜੋ ਮੌਜੂਦਾ ਟੈਕਸ ਹੈ ਉਹ ਲੋਕਾਂ ਦਾ ਪੈਸਾ ਲੋਕਾਂ ਦੀ ਬਿਹਤਰੀ ਲਈ ਖਰਚ ਹੁੰਦਾ ਹੀ ਹੈ, ਲੋਕਾਂ ਦੀ ਬਿਹਤਰੀ ਖਰਚ ਕਰਦੀ ਹੈ। ਤਾਂ ਇਹ ਸਰਕਾਰ ਦਾ ਉਹਨਾਂ ਦੀ ਡੈਡੀਕੇਸ਼ਨ ਹੈ, ਉਹਨਾਂ ਦੀ ਇਮਾਨਦਾਰੀ ਹੈ, ਉਹਨਾਂ ਦੀ ਲੋਕਾਂ ਤੇ ਦੇਸ਼ ਦੇ ਪ੍ਰਤੀ ਸ਼ਰਧਾ ਹੈ, ਅਹਿਸਾਨ ਨਹੀਂ ਹੈ। ਲੇਕਿਨ ਉਹੀ ਪੈਸੇ ਨੂੰ ਆਪਣਾ ਸਮਝ ਕੇ ਉਹਨਾਂ ਦੇ ਬੈਨੀਫਿਟ ਲਈ ਖਰਚ ਕੀਤਾ ਜਾਵੇ, ਇਹ ਸਰਕਾਰ ਦਾ ਧਰਮ ਹੈ। ਔਰ ਇਹ ਸਰਕਾਰ ਆਪਣੇ ਧਰਮ ਨੂੰ ਬਾਖੂਬੀ ਨਿਭਾ ਰਹੀ ਹੈ। ਤੁਸੀਂ ਗੱਲ ਕੀਤੀ MSP ਦੀ, ਤਾਂ ਜਿਹੜੇ ਰੇਟ ਤੁਸੀਂ ਵਧਾਏ ਆ ਉਹਦੇ ਵਿੱਚ ਕਣਕ ਤੇ ਝੋਨੇ ਦਾ ਜਿਹੜਾ ਪ੍ਰਾਈਜ਼ ਆ ਉਹ ਫਿਕਸ ਕੀਤਾ ਆ ਹਰਿਆਣਾ ਤੇ ਪੰਜਾਬ ਦਾ, ਹੈ ਨਾ। ਕਣਕ ਤੇ ਝੋਨੇ ਦਾ ਮਿਲਦਾ ਆ, ਕਿਸਾਨ ਖੁਸ਼ ਨੇ ਇਸ ਗੱਲ 'ਤੇ। ਤੁਸੀਂ 72 ਰੁਪਏ ਝੋਨੇ ਦਾ ਰੇਟ ਹੁਣ ਵਧਾਇਆ ਆ, ਕਿਸਾਨ ਖੁਸ਼ ਨੇ ਇਸ ਵਾਸਤੇ। ਪਰ ਜਿਹੜੀਆਂ ਦੂਜੀਆਂ ਫਸਲਾਂ ਆਪਾਂ ਹਰ ਰੋਜ਼ ਕਹਿੰਦੇ ਆ ਕਿ ਕਿਸਾਨ ਫਸਲਾਂ ਬਦਲ ਕਿਉਂ ਨਹੀਂ ਲਿਆਉਂਦਾ, ਝੋਨਾ ਹੀ ਕਿਉਂ ਬੀਜਦਾ, ਕਣਕ ਕਿਉਂ ਬੀਜਦਾ, ਪਾਣੀ ਦਾ ਜਿਹੜਾ ਖਰਚਾ ਵੱਧ ਹੁੰਦਾ ਆ। ਤਾਂ ਉਹਦਾ ਕਾਰਨ ਇਹ ਆ ਕਿ ਜਿਵੇਂ ਮੱਕੀ ਲਾ ਲਓ, ਮੂੰਗੀ ਲਾ ਲਓ, ਹੋਰ ਚੀਜ਼ਾਂ ਨੇ ਜਿਹੜੀਆਂ ਆਪਣੀ ਕਪਾਹ ਲਾ ਲਓ, ਇਹ ਜਦੋਂ ਮੰਡੀ ਦੇ ਵਿੱਚ ਆਉਂਦੀਆਂ ਨੇ ਤਾਂ ਵਪਾਰੀ ਇੱਕ ਆਪਦਾ ਏਕਾ ਕਰਕੇ ਰੇਟ ਲਾਉਂਦੇ ਨੇ। ਮੰਨ ਲਓ ਜੇ ਸਰਕਾਰੀ ਰੇਟ 1000 ਰੁਪਇਆ ਤੇ ਉਹਦਾ 500 ਹੀ ਮਿਲਦਾ ਆ ਕਿਸਾਨਾਂ ਨੂੰ। ਇਹਦਾ ਕਾਰਨ ਕੀ ਆ ਤੇ ਇਹਦਾ ਹੱਲ ਕੌਣ ਕੱਢੇਗਾ? ਦੇਖੋ, ਪਹਿਲਾਂ ਤਾਂ ਤੁਹਾਡਾ ਧੰਨਵਾਦ। ਮੈਂ ਰੋਜ਼ ਚੈਨਲ ਵਾਲੇ ਦੋਸਤਾਂ ਨਾਲ ਮਿਲਦਾ ਅਤੇ ਮੈਨੂੰ ਪਹਿਲਾਂ ਮੇਰਾ ਵੀਰ ਐਸਾ ਮਿਲਿਆ ਜਿਹੜਾ ਇਹ ਤਾਂ ਮੰਨਦਾ ਵੀ ਹਾਂ ਯਾਰ, ਝੋਨਾ ਅਤੇ ਜਿਹੜਾ ਕਣਕ ਅਤੇ ਚਾਵਲ ਦਾ ਜਿਹੜਾ ਹੈਗਾ ਉਹ MSP ਵਧਿਆ, ਕਿਸਾਨਾਂ ਨੂੰ ਫਾਇਦਾ ਹੋਇਆ। ਮੇਰੀ ਇੱਕ ਪ੍ਰਾਰਥਨਾ ਹੈ
ਕਿਤੇ ਵੀ 4 ਕਿਸਾਨ ਇਕੱਠੇ ਕਰਕੇ ਇੱਕ ਵਾਰ ਨਾਰਾ ਜ਼ਰੂਰ ਲਗਵਾ ਦਿਓ ਵੀ ਮੋਦੀ ਜਿੰਦਾਬਾਦ। ਮੁਰਦਾਬਾਦ ਹੀ ਕਰੀ ਜਾਓਗੇ ਤੇ ਜਿੰਦਾਬਾਦ ਵੀ ਕਰੋ ਜੇ ਮਿਲਿਆ। ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਫਸਲਾਂ ਨੂੰ ਬਦਲਾਓ ਆਉਣ 'ਚ, ਦੇਖੋ ਅੱਜ ਤੱਕ ਦੀਆਂ ਸਰਕਾਰਾਂ ਨੇ ਕਿਸਾਨਾਂ ਦਾ ਸ਼ੋਸ਼ਣ ਕੀਤਾ। ਐਡੇ ਕਾਨੂੰਨ ਕਿਉਂ ਬਣਾਉਣੇ ਪਏ? ਤਾਂ ਬਣਾਉਣੇ ਪਏ ਵੀ ਕਰੋੜਾਂ ਅਰਬਾਂ ਰੁਪਇਆਂ ਦੀ ਜ਼ਮੀਨਾਂ ਦੇ ਮਾਲਕ, ਦਿਨ ਰਾਤ ਮਿਹਨਤ ਕਰਨ ਵਾਲੇ ਲੋਕ ਫਿਰ ਆਤਮ ਹੱਤਿਆ ਕਰ ਰਹੇ ਹਨ। ਔਰ ਕਿਸਾਨਾਂ ਦੇ ਲੀਡਰ, ਅਲੱਗ-ਅਲੱਗ ਪਾਰਟੀਆਂ ਦੇ ਲੀਡਰ, ਅਲੱਗ-ਅਲੱਗ ਨੁਮਾਇੰਦੇ ਅੱਜ ਤੱਕ ਜਿਹੜੀ ਚੀਜ਼ ਦੀ ਡਿਮਾਂਡ ਕਰਦੇ ਸੀਗੇ ਸਰਕਾਰ ਨੇ ਉਹੀ ਚੀਜ਼ ਦਿੱਤੀ। ਮੈਂ ਇੱਕ ਥੋੜ੍ਹੀ ਜਿਹੀ ਐਗਜ਼ਾਮਪਲ ਦੱਸਦਾ ਤੁਹਾਨੂੰ। ਤੁਸੀਂ ਅੱਜ ਤੋਂ 7 ਸਾਲ ਤੋਂ ਪਹਿਲਾਂ ਜਿੰਨੀ ਵੀ ਸੰਸਦ ਦੀਆਂ ਜਦ ਵੀ ਬੈਠਕਾਂ ਹੁੰਦੀਆਂ ਸੀ, ਕਾਰਵਾਈ ਹੁੰਦੀ ਸੀ, ਸੰਸਦ ਚੱਲਦੀ ਸੀ, ਤੁਸੀਂ ਕੋਈ ਸੰਸਦ ਲੈ ਲਓ, ਹਰ ਸਟੇਟ 'ਚੋਂ ਹਮੇਸ਼ਾ ਇਹ ਪਹਿਲਾ ਸਵਾਲ ਹੁੰਦਾ ਸੀ ਸਾਨੂੰ ਯੂਰੀਆ ਨਹੀਂ ਮਿਲਿਆ। ਲੇਕਿਨ ਜਿਸ ਦਿਨ ਦੀ ਮੋਦੀ ਸਾਹਿਬ ਆਏ ਹੈ ਤੁਹਾਨੂੰ ਯੂਰੀਆ ਦੀ ਗੱਲ ਹੋਣੀ ਖਤਮ ਹੋ ਗਈ। ਕਿਉਂ? ਕਿਉਂਕਿ ਪਹਿਲਾਂ ਦੀਆਂ ਸਰਕਾਰਾਂ ਕਿਸਾਨਾਂ ਦੇ ਨੂੰ ਯੂਰੀਆ ਭੇਜਣ ਦੇ ਨਾਮ 'ਤੇ ਆਪਣੇ ਲੋਕਾਂ ਦੀਆਂ ਫੈਕਟਰੀਆਂ 'ਚ ਯੂਰੀਆ ਭੇਜਦੀ ਸੀ ਜਿਹੜਾ ਇੰਡਸਟਰੀ ਦੇ ਕੰਮ ਆਉਂਦਾ ਸੀ। ਇਹ ਸਰਕਾਰ ਨੇ ਉਹ ਬੰਦ ਕੀਤਾ। ਹੁਣ ਤੁਹਾਡਾ ਸਵਾਲ ਵੀ ਜਿਹੜੀਆਂ ਬਾਕੀ ਫਸਲਾਂ ਬਦਲਾਓ ਦੀਆਂ, ਦੇਖੋ ਸਰਕਾਰ ਨੇ ਤੈਅ ਕਰਤਾ। ਮੰਨ ਲਓ ਕਿਸੇ ਚੀਜ਼ ਦਾ ਫਸਲ ਸਰਕਾਰ ਨੇ 600 ਤੈਅ ਕੀਤਾ, ਮੰਡੀ 'ਚ 500 ਮਿਲ ਰਿਹਾ, ਤਾਂ ਇਹ ਸਟੇਟ ਗੌਰਮੈਂਟ ਦਾ ਫਰਜ਼ ਹੈ ਕਿ ਜਿਹੜਾ ਕਿਸਾਨ ਨੂੰ ਸੈਂਟਰ ਦੇ ਤੈਅ ਕੀਤੇ ਰੇਟ ਤੋਂ ਘੱਟ ਪੈਸੇ ਮਿਲ ਰਹੇ ਹੈ ਤਾਂ ਉਹ ਸੈਂਟਰ ਕੋਲੋਂ ਕਲੇਮ ਕਰੇ। ਕਲੇਮ ਕਰਕੇ ਸਟੇਟ ਉਹਨੂੰ ਕਿਸਾਨ ਨੂੰ ਦੇਵੇ। ਲੇਕਿਨ ਇਹ ਜਿਹੜੀ ਸਾਡੀ ਪੰਜਾਬ ਸਰਕਾਰ ਹੈ, ਕੈਪਟਨ ਸਾਹਿਬ ਹੈ, ਕਾਂਗਰਸ ਸਾਹਿਬ ਹੈ, ਇਹ ਕਾਂਗਰਸ ਦੇ ਲੋਕ ਹੈ, ਇਹ ਰਾਜਨੀਤੀ ਕਰ ਰਹੇ ਹੈ। ਇਹਨਾਂ ਦਾ ਮਕਸਦ ਹੈ ਸਿਰਫ ਤੇ ਸਿਰਫ ਭਾਜੜ ਪਾਈ ਰੱਖਣੀ, ਕਨਫਿਊਜ਼ਨ ਕ੍ਰੀਏਟ ਕਰਨੀ, ਉਹਨਾਂ ਨੂੰ ਧੋਖੇ 'ਚ ਰੱਖਣਾ। ਇਹ ਕੇਂਦਰ ਸਰਕਾਰ ਉਹ ਪੈਸੇ ਦੇਣ ਨੂੰ ਤਿਆਰ ਹੈ ਬਸ਼ਰਤੇ ਸਟੇਟ ਗਵਰਨਮੈਂਟ ਕਲੇਮ ਕਰੇ। ਠੀਕ ਹੈ ਸਰ, ਤੁਸੀਂ ਗੱਲ ਕੀਤੀ ਆ, ਤੁਹਾਨੂੰ ਮੈਂ ਫਸਲਾਂ ਦੇ ਵੀ ਦੱਸ ਦੇਣਾ ਰੇਟ ਜਿਹੜੇ ਤੁਹਾਨੂੰ ਜਾਣਕਾਰੀ ਵੀ ਹੋਊਗੀ। 70 ਰੁਪਏ ਜਿਹੜਾ 72 ਰੁਪਏ ਝੋਨੇ ਦਾ ਰੇਟ ਵਧਾਇਆ, ਜਿਹੜਾ 20 ਰੁਪਏ ਮੱਕੀ ਦਾ ਰੇਟ ਹੁਣ ਵਧਿਆ ਤੇ 211 ਰੁਪਏ ਕਪਾਹ ਦਾ ਰੇਟ ਵਧਿਆ ਆ, 99 ਰੁਪਏ ਮੂੰਗੀ ਦਾ ਵਧਿਆ ਤੇ 300 ਰੁਪਏ ਮਾਂਹ ਦਾ, 100 ਰੁਪਏ ਬਾਜਰੇ ਦਾ ਰੇਟ ਵਧਿਆ। ਸਾਰੀ ਲਿਸਟ ਸਾਡੇ ਕੋਲ ਹੈਗੀ ਆ। ਪਰ ਕੱਲ੍ਹ ਮੈਂ ਜਗਰਾਉਂ ਦੀ ਮੰਡੀ ਵਿੱਚ ਗਿਆ ਜਿੱਥੇ ਕਿ ਮੂੰਗੀ ਤੇ ਮੱਕੀ ਵਿਕ ਰਹੀ ਸੀ। ਉੱਥੇ ਕਿਸਾਨਾਂ ਦਾ ਇੰਨਾ ਮੰਦਾ ਹਾਲ, ਕਿਸਾਨ ਰੋ ਰਹੇ ਸੀ। ਸਾਡੇ ਕੋਲ ਕੈਮਰੇ ਮੂਹਰੇ ਵੀ ਕਿਸਾਨ ਰੋਏ ਕਿ ਸਾਡੀ ਇੰਨੀ ਲੁੱਟ ਹੋ ਰਹੀ ਹੈ, ਇੱਕ ਫਸਲ ਪਿੱਛੇ 500 700 ਕਿਸੇ ਨੂੰ 300 ਕਿਸੇ ਨੂੰ 400 ਪ੍ਰਤੀ ਕੁਆਂਟਲ ਦੇ ਮਗਰ ਵੀ ਸਾਡੀ ਲੁੱਟ ਹੋ ਰਹੀ ਹੈ। ਅਤੇ ਉਹਦੇ ਵਾਸਤੇ ਜੇ ਉਹ ਕਹਿੰਦੇ ਅਸੀਂ ਕਿਸੇ ਮੁਲਾਜ਼ਮ ਕੋਲੇ ਜਾਂਦੇ ਹਾਂ ਤਾਂ ਸਾਨੂੰ ਅੱਗੋਂ ਝਾੜ ਪੈਂਦੀ ਆ, ਜੇ ਕਿਸੇ ਲੀਡਰ ਕੋਲੇ ਜਾਂਦੇ ਆ ਤਾਂ ਉਹ ਸਾਡੀ ਗੱਲ ਨਹੀਂ ਸੁਣਦਾ। ਉਹ ਕਹਿੰਦੇ ਵੀ ਹਾਰ ਕੇ ਸਾਨੂੰ ਧਰਨੇ ਲਾਉਣੇ ਪੈਂਦੇ, ਤਾਂ ਹੀ ਕਹਿੰਦੇ ਵੀ ਅਸੀਂ ਦਿੱਲੀ ਧਰਨਿਆਂ 'ਤੇ ਬੈਠੇ ਹੋਏ ਹਾਂ। ਨਹੀਂ, ਐਸਾ ਨਹੀਂ ਹੈ। ਮੈਨੂੰ ਲੱਗਦਾ ਦੇਖੋ ਜਿਹੜੇ ਕਿਸਾਨ ਵੀਰ ਹੈ ਇਹ ਸਾਡੇ ਹੀ ਹੈ, ਪਹਿਲਾਂ ਵੀ ਸਾਡੇ ਸੀ, ਅੱਜ ਵੀ ਸਾਡੇ ਹੈ, ਅੱਗੇ ਵੀ ਸਾਡੇ ਰਹਿਣਗੇ। ਔਰ ਇਹ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਉਹਦਾ ਇੱਕੋ ਹੀ ਮਕਸਦ ਹੈ ਕਿ ਕਿਸਾਨ ਵੀ ਬਾਕੀ ਵਪਾਰੀਆਂ ਦੀ ਤਰ੍ਹਾਂ ਕਰੋੜਪਤੀ ਬਣੇ, ਅਰਬਪਤੀ ਬਣੇ, ਵੱਧ ਤੋਂ ਵੱਧ ਪੈਸਾ ਕਮਾਵੇ। ਜਿਹੜਾ ਆਲੂ ਮੰਡੀ 'ਚ 10-20 ਰੁਪਏ ਕਿਲੋ ਰੁਲਦਾ, ਜੇ ਉਹਨੂੰ ਇਸ ਨੂੰ ਪ੍ਰੋਸੈਸ ਕਰਦੇ ਹਾਂ ਤਾਂ 20 ਰੁਪਏ ਦਾ 20 ਗ੍ਰਾਮ ਚਿਪਸ ਦੇ ਰੇਟ 'ਚ ਵਿਕਦਾ। ਉਹਨੂੰ ਕੱਟ ਕੇ ਉਹਨੂੰ ਸੁਕਾ ਕੇ ਮੇਰੀ ਮਾਤਾ ਘਰ ਵੀ ਚਿਪਸ ਬਣਾ ਦਿੰਦੀ ਹੈ। ਜੇ ਕੋਈ 10-20 ਲੱਖ 50 ਲੱਖ ਦਾ ਪ੍ਰੋਜੈਕਟ ਲਗਾ ਕੇ 10 ਰੁਪਏ 20 ਰੁਪਏ ਕਿਲੋ ਵਾਲਾ ਆਲੂ 1000 ਰੁਪਏ 500 ਰੁਪਏ ਕਿਲੋ ਵਿਕੇ, ਸਰਕਾਰ ਇਹ ਚਾਹੁੰਦੀ ਹੈ। ਜਿਹੜੇ ਟਮਾਟਰਾਂ ਨੂੰ ਕਿਸਾਨ ਸੜਕਾਂ ਉੱਪਰ ਟਰਾਲੀਆਂ ਗੇਰ ਕੇ ਉਹਨੂੰ ਰੇਟ ਨਹੀਂ ਮਿਲਦਾ, ਸੜਕਾਂ ਭਰ ਦਿੰਦੇ ਹੈ ਜੀ, ਉਹੀ ਟਮਾਟਰ ਜਿਹੜਾ ਹੈਗਾ ਉਹ ਥੋੜ੍ਹਾ ਜਿਹਾ ਪ੍ਰੋਸੈਸ ਕਰਕੇ ਵਿੱਚ ਹੋਰ 20 ਆਈਟਮਾਂ ਮਿਲਾ ਕੇ ਜਿਹੜਾ ਹੈਗਾ ਉਹ 100 ਰੁਪਏ ਦੀ ਬੋਤਲ ਜਿਹੜੀ 750 ਗ੍ਰਾਮ ਦੀ ਵਿਕਦੀ ਹੈ। ਸਰਕਾਰ ਇਹ ਚਾਹੁੰਦੀ ਹੈ ਇੱਕ ਬੇ ਪ੍ਰੋਟੀਨ ਆਉਂਦਾ, ਜਿਹੜਾ ਅਸੀਂ ਪ੍ਰੋਟੀਨ ਕੱਢਦੇ ਹਾਂ ਡੈਰੀ ਵਾਲੇ, ਉਹ ਪਾਣੀ ਬਾਹਰ ਗੇਰ ਦਿੰਦੇ ਹਾਂ, ਉਸ ਪਾਣੀ ਦਾ ਜੇ ਅਸੀਂ ਪ੍ਰੋਟੀਨ ਬਣੇ ਤਾਂ ਉਹ 1000 ਰੁਪਏ ਤੋਂ ਲੈ ਕੇ 5000 ਰੁਪਏ ਕਿਲੋ ਤੱਕ ਵਿਕਦਾ। ਸਰਕਾਰ ਇਹ ਚਾਹੁੰਦੀ ਹੈ। ਇੱਕ ਲੁਧਿਆਣੇ 'ਚ ਮੈਂ ਨਾਮ ਨਹੀਂ ਲਊਂਗਾ, ਇੱਕ ਸਾਈਕਲ ਠੀਕ ਕਰਨ ਵਾਲਾ ਬੰਦਾ ਸੀ ਅੱਜ ਤੋਂ 25-30 ਸਾਲ 40 ਸਾਲ ਪਹਿਲਾਂ, ਅੱਜ ਉਹਦਾ ਵਰਲਡ 'ਚ ਨਾਮ ਹੈ ਸਾਈਕਲ ਮੈਨੂਫੈਕਚਰਿੰਗ 'ਚ। ਇੱਕ ਹੋਦਰੀ 'ਚ ਕਿਸੇ ਬੰਦਾ ਕੋਈ ਨਿੱਕੇ ਸਵੈਟਰ ਉਹਦਾ ਬੁਣਨ ਦਾ ਕੰਮ ਕੀਤਾ ਸੀ, ਅੱਜ ਪੂਰੇ ਵਰਲਡ 'ਚ ਨਾਮ ਹੈ।
ਮੋਦੀ ਸਾਹਿਬ ਇਹ ਚਾਹੁੰਦੇ ਹੈ ਉਸ ਕਿਸਾਨ ਦਾ ਨਾਮ ਵੀ ਹੋਵੇ। ਉਹਨਾਂ ਨੇ ਦੇਖੋ ਇੱਕ ਕਿਤੇ ਮੰਡੀ ਹੈ, ਮੈਨੂੰ ਪਤਾ ਹੈ ਵੀ ਮੇਰਾ ਪੈਨ ਸਿਰਫ ਤੁਸੀਂ ਲੈਣਾ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਦਿਓਗੇ। ਜੇ ਮੈਨੂੰ ਪਤਾ ਮੇਰਾ ਪੈਨ ਮੈਂ ਨੈੱਟ ਤੇ ਪਾਇਆ ਹੋਵੇ ਤਾਂ ਉਹ ਪੰਜਾਬ ਵੀ ਲੈ ਸਕਦਾ, ਮਹਾਰਾਸ਼ਟਰ ਵੀ ਲੈ ਸਕਦਾ, ਹਰਿਆਣਾ ਵੀ ਲੈ ਸਕਦਾ, ਕੈਨੇਡਾ ਵੀ ਲੈ ਸਕਦਾ, ਅਮਰੀਕਾ ਵੀ ਲੈ ਸਕਦਾ, ਬ੍ਰਿਟੇਨ ਵੀ ਲੈ ਸਕਦਾ, ਤਾਂ ਉਸਦਾ ਰੇਟ ਸਹੀ ਮੁੱਲ ਮਿਲੇਗਾ। ਸੋ ਮੋਦੀ ਸਰਕਾਰ ਇਹ ਚਾਹੁੰਦੀ ਹੈ, ਜਿਹੜੀ ਮੌਜੂਦਾ ਪਾਰਟੀਆਂ ਉਹਨਾਂ ਦਾ ਇੱਕੋ ਹੀ ਮਕਸਦ ਹੈ ਵੀ ਅਸੀਂ ਇਸ ਸਿਸਟਮ ਨੂੰ ਲਾਈਨ 'ਤੇ ਨਾ ਲੈਣ ਦੇਈਏ ਔਰ ਇਹਨੂੰ ਘੁੱਚ-ਮੁੱਚ ਪਾਈ ਰੱਖੀਏ ਔਰ ਆਪਣਾ ਬੈਨੀਫਿਟ ਲਈਏ, ਜਿਸ ਕਰਕੇ ਕਿ ਅਸੀਂ ਉਸ ਕਾਨੂੰਨਾਂ ਨੂੰ ਇੰਪਲੀਮੈਂਟ ਨਹੀਂ ਕਰ ਪਾ ਰਹੇ, ਉਹਦਾ ਬੈਨੀਫਿਟ ਕਿਸਾਨਾਂ ਨੂੰ ਨਹੀਂ ਮਿਲ ਰਿਹਾ। ਜ਼ਿਆਦਾਤਰ ਕੰਟਰੀਆਂ ਦੇ ਅੰਦਰ ਜਿੰਨੀ ਫੂਡ ਪ੍ਰੋਡਕਸ਼ਨ ਹੁੰਦੀ ਹੈ ਉਹਨੂੰ ਪ੍ਰੋਸੈਸ ਕਰਕੇ, ਅੱਜ ਆਲੂ ਬੀਜਿਆ, ਆਲੂ ਤੋਂ ਉਹਦਾ ਜਿਹੜਾ ਫਾਈਨਲ ਪ੍ਰੋਡਕਟ ਹੈ, ਮੰਨ ਲਓ ਚਿਪਸ ਬਣਿਆ, ਉਹਦੇ ਵਿਚਲੇ ਲੋਕ ਜਿਹੜਾ ਖਾਂਦੇ ਹੈ, ਜ਼ਿਆਦਾ ਕੰਟਰੀਆਂ 'ਚ ਉਹ ਜਿਹੜਾ ਬੈਨੀਫਿਟ ਹੈ ਉਹ ਕਿਸਾਨਾਂ ਨੂੰ ਮਿਲਦਾ ਔਰ ਰਲ ਮਿਲ ਕੇ ਉੱਥੇ ਪ੍ਰੋਸੈਸਿੰਗ ਦਾ, ਹੋਰ ਦਾ, ਇਨਵੈਸਟਰ ਦਾ ਇੱਕ ਸਿਸਟਮ ਬਣਿਆ ਹੋਇਆ, ਠੀਕ ਹੈ। ਔਰ ਕਰੀਬ ਕਈ ਕੰਟਰੀ ਤਾਂ 95% ਪ੍ਰੋਸੈਸਿੰਗ ਕਰਦੇ ਆ ਫੂਡ ਦੀ, ਔਰ ਸਾਡੇ ਕੰਟਰੀ 'ਚ ਕਿੰਨਾ ਹੁੰਦਾ 5%। ਪਰ ਕਿਸਾਨ ਕਹਿੰਦੇ ਨੇ ਕਿ ਸਾਨੂੰ ਉੱਥੋਂ ਤੱਕ ਪਹੁੰਚਣ ਹੀ ਨਹੀਂ ਦਿੱਤਾ ਜਾਂਦਾ, ਕਿਉਂਕਿ ਜੇ ਕੋਈ ਫੈਕਟਰੀ ਲੱਗਦੀ ਹੈ ਤਾਂ ਉਹ ਵੀ ਮੰਤਰੀ ਦੇ ਮੁੰਡੇ ਦੀ, ਜੇ ਕੋਈ ਹੋਰ ਜਿਹੜਾ ਪਲਾਂਟ ਲਾਉਣਾ ਹੋਵੇ ਉਹ ਵੀ ਕਿਸੇ ਲੀਡਰ ਦੇ ਮੁੰਡੇ ਦਾ, ਜੇ ਨੌਕਰੀਆਂ ਉਹ ਵੀ ਲੀਡਰਾਂ ਦੇ ਮੁੰਡਿਆਂ ਨੂੰ। ਪਰ ਕਿਸਾਨ ਕਹਿੰਦੇ ਵੀ ਸਾਡੀ ਪਹੁੰਚ ਆ ਜਿਹੜੀ, ਸਾਡੇ ਕੋਲ ਇੰਨਾ ਪੈਸਾ ਹੈ ਨਹੀਂ, ਅਸੀਂ ਫੈਕਟਰੀਆਂ ਕਿੱਥੋਂ ਲਾ ਲਈਏ। ਇਹਦਾ ਕੋਈ ਸਰਕਾਰਾਂ ਨੂੰ ਹੀ ਹੱਲ ਕਰਨਾ ਪਊ ਕਿ ਕਿਸਾਨ ਦਾ ਜਿਹੜਾ ਮੁਨਾਫਾ ਵੱਧ ਹੋ ਸਕੇ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਸਰਕਾਰ ਕਹਿੰਦੀ ਹੈ ਵੀ 2 ਕਿਸਾਨ ਰਲ ਕੇ, 4 ਕਿਸਾਨ ਰਲ ਕੇ ਆਪਣਾ ਨਿੱਕਾ ਮੋਟਾ ਯੂਨਿਟ ਤੁਸੀਂ ਹਰ ਪਿੰਡ 'ਚ ਕਿਤੇ ਵੀ ਲਾ ਸਕਦੇ ਹੋ। ਸਮਰਾਲਾ ਸਾਡਾ ਉਹਦੇ ਜਲੰਧਰ ਬਾਈਪਾਸ ਹੈ, ਉਹਦੇ ਇੱਕ ਕੋਲਡ ਸਟੋਰ ਹੈ, ਉੱਥੇ ਜ਼ਮੀਨ ਦਾ ਭਾਅ ਕਰੀਬ 2 ਲੱਖ ਰੁਪਇਆ ਗਜ਼ ਹੋਣਾ। 2 ਲੱਖ ਰੁਪਏ ਗਜ਼ 'ਚ ਇੱਕ ਕੋਲਡ ਸਟੋਰੇਜ ਬਣਿਆ ਹੋਇਆ, ਔਰ ਮੈਂ ਪਿਛਲੇ 30 ਸਾਲਾਂ ਤੋਂ ਦੇਖ ਰਿਹਾ ਉੱਦਾਂ ਹੀ ਚੱਲਦਾ ਪਿਆ, ਵਧੀਆ ਚੱਲਦਾ ਹੈ। ਜੇ 2 ਲੱਖ ਰੁਪਏ ਗਜ਼ ਦੀ ਜ਼ਮੀਨ 'ਤੇ ਕੋਲਡ ਸਟੋਰੇਜ ਵਾਇਬਲ ਹੈ ਤਾਂ ਪਿੰਡ 'ਚ ਜਿੱਥੇ 500 ਰੁਪਏ ਗਜ਼ ਦਾ ਭਾਅ ਹੈ ਜ਼ਮੀਨ ਦਾ, ਉੱਥੇ ਨਹੀਂ ਵਾਇਬਲ ਹੋ ਸਕਦਾ? ਹੋ ਸਕਦਾ ਹੈ। ਸਰਕਾਰ ਚਾਹੁੰਦੀ ਹੈ, ਕਿਹਨੇ ਰੋਕਿਆ? 4 ਕਿਸਾਨ ਅੱਜ ਪੰਜਾਬ ਦੇ ਅੰਦਰ ਜਿਹੜੇ ਵੱਡੀ ਇੰਡਸਟਰੀ ਕਈ ਐਸੇ ਹੋਣੇ ਜਿਨ੍ਹਾਂ ਨੇ ਕਿਸਾਨਾਂ ਨੇ ਲਾਇਆ, ਕਿਹਨੂੰ ਨੈੱਟ 'ਤੇ ਜਿਹੜਾ ਮਰਜ਼ੀ ਜੋ ਮਰਜ਼ੀ ਵੇਚੀ ਜਾਵੇ, ਜੋ ਮਰਜ਼ੀ ਕਰੀ ਜਾਵੇ। ਸਰਕਾਰ ਇਹੀ ਚਾਹੁੰਦੀ ਹੈ ਵੀ ਉਹ ਜਿਹੜਾ ਪਹਿਲਾਂ ਕਿਸਾਨ ਨੂੰ ਬੰਨ੍ਹਿਆ ਹੋਇਆ ਸੀ ਇੱਕ ਜਾਲ ਦੇ ਅੰਦਰ, ਉਹਨੂੰ ਫ੍ਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਆਜ਼ਾਦ ਪੰਛੀ ਦੀ ਤਰ੍ਹਾਂ, ਜਿਹੜਾ ਤੁਸੀਂ ਗੱਲ ਕੀਤੀ ਹੈ ਵੀ ਜਾਨ ਨਹੀਂ ਦਿੰਦੇ, ਉਹ ਆਜ਼ਾਦ ਪੰਛੀ ਦੀ ਤਰ੍ਹਾਂ ਆਪਣਾ ਵਪਾਰ ਕਰ ਸਕੇ। ਕਿਸਾਨੀ ਨੂੰ ਵਪਾਰ ਦੀ ਤਰ੍ਹਾਂ ਯੂਜ਼ ਕਰਦੇ ਹੋਏ, ਵਪਾਰ ਦੀ ਲਾਈਨ 'ਤੇ ਲਿਆ ਕੇ ਉਹ ਤਰੱਕੀ ਕਰ ਸਕੇ, ਇਹ ਸਰਕਾਰ ਕਰਨਾ ਚਾਹੁੰਦੀ ਹੈ। ਅਸੀਂ ਹੁਣ ਅਖੀਰ ਵੱਲ ਵੱਧਦੇ ਹਾਂ ਸਰ। ਸਭ ਤੋਂ ਪਹਿਲਾਂ ਤਾਂ 400 ਤੋਂ ਵੱਧ ਕਿਸਾਨ ਜਿਹੜੇ ਬਾਰਡਰਾਂ ਦੇ ਉੱਪਰ ਸ਼ਹੀਦ ਹੋ ਗਏ, ਮੰਨ ਲਓ, ਜਾਂ ਉਹਨਾਂ ਨੇ ਜਾਨ ਆਪਣੀ ਗਵਾ ਦਿੱਤੀ ਆ, ਪਰ ਕੇਂਦਰ ਸਰਕਾਰ ਨੇ ਜਾਂ ਮੋਦੀ ਸਾਹਿਬ ਨੇ ਅੱਜ ਤੱਕ ਉਹਨਾਂ ਬਾਰੇ ਇੱਕ ਲਫ਼ਜ਼ ਵੀ ਨਹੀਂ ਬੋਲਿਆ। ਉਹਦਾ ਕਾਰਨ ਕੀ ਕਹਿ ਸਕਦੇ? ਦੇਖੋ, ਘੱਟੋ ਘੱਟ 50 ਕੁ ਵਾਰੀ ਤਾਂ ਮੈਂ, ਸਾਡੇ ਸੋਮ ਪ੍ਰਕਾਸ਼ ਜੀ, ਕੇਂਦਰ ਦੇ ਪਿਊਸ਼ ਗੋਇਲ ਜੀ ਔਰ ਸਾਡੇ ਕ੍ਰਿਸ਼ੀ ਮੰਤਰੀ ਜੀ, ਹਰ ਮੀਟਿੰਗਾਂ 'ਚ ਮੋਦੀ ਸਾਹਿਬ ਨੇ ਵੀ ਮਨ ਦੀ ਬਾਤ 'ਚ ਕਿਹਾ ਸੀ ਵੀ ਜਿਹੜੀਆਂ ਹਿੰਦੁਸਤਾਨ 'ਚ ਕਿਸੇ ਕਾਰਨ ਵੀ ਕੋਈ ਮੌਤ ਹੋਈ ਹੈ ਉਹਦਾ ਮੈਨੂੰ ਦੁੱਖ ਹੈ। ਉਹਨਾਂ ਨੇ ਪਾਰਟੀਕੂਲਰ ਕਿਸਾਨਾਂ ਦੇ ਜਿਹੜੇ ਸਾਡੇ ਵੀਰਾਂ ਦੀਆਂ ਮੌਤਾਂ ਹੋਈਆਂ ਉਹਦੀ ਵੀ ਚਿੰਤਾ ਕੀਤੀ ਸੀ, ਨੰਬਰ 1। ਨੰਬਰ 2, ਹਰ ਮੀਟਿੰਗ ਤੋਂ ਪਹਿਲਾਂ ਕੇਂਦਰ ਸਰਕਾਰ ਕਿਸਾਨਾਂ ਦੇ ਜਿਹੜੇ ਆਗੂ ਹੈ ਉਹਨਾਂ ਨੂੰ ਪ੍ਰਾਰਥਨਾ ਕਰਦੀ ਰਹੀ ਵੀ ਐਜੀਟੇਸ਼ਨ ਕਰਨਾ ਤੁਹਾਡਾ ਫਰਜ਼ ਹੈ, ਅਸੀਂ ਤੁਹਾਡੀਆਂ ਜਾਇਜ਼ ਮੰਗਾਂ ਸੁਣਨ ਨੂੰ ਤਿਆਰ ਹਾਂ। ਔਰ ਉਸ ਮੰਤਰਾਲਿਆਂ ਨੇ 1.5 ਸਾਲ ਉਹ ਕਾਨੂੰਨਾਂ ਨੂੰ ਪੈਂਡਿੰਗ ਵੀ ਪਾਤਾ। ਤੀਸਰੀ ਗੱਲ, ਹਰ ਮੀਟਿੰਗ 'ਚ ਉਹ ਉਹਨਾਂ ਨੂੰ ਪ੍ਰਾਰਥਨਾ ਕਰਦੇ ਰਹੇ ਵੀ ਬਜ਼ੁਰਗਾਂ ਨੂੰ, ਬੱਚਿਆਂ ਨੂੰ, ਜਿਹੜੇ ਬਿਮਾਰ ਹੈ ਉਹਨਾਂ ਨੂੰ, ਭੈਣਾਂ ਨੂੰ, ਮਾਤਾਵਾਂ ਨੂੰ, ਇਹਨਾਂ ਨੂੰ ਇਸ ਐਜੀਟੇਸ਼ਨ ਤੋਂ ਦੂਰ ਰੱਖੋ ਕਿਉਂਕਿ ਉਹ ਆਪਣੇ ਘਰ-ਬਾਰ ਦੇਖਣ ਤਾਂ ਉਹਨਾਂ ਨੂੰ ਉਰੇ ਖਤਰਾ ਹੈ। ਲੇਕਿਨ ਸੁਣਵਾਈ ਕਿਹਨੇ ਕੀਤੀ? ਕਿਸੇ ਨੇ ਸੁਣਵਾਈ ਨਹੀਂ ਕੀਤੀ। ਨੋ ਡਾਊਟ ਉਹ ਵੀਰਾਂ ਦੀਆਂ ਜਾਨਾਂ ਗਈਆਂ, ਪਰ ਅੱਜ ਕੌਣ ਡਿਸਾਈਡ ਕਰੇਗਾ ਕਿਹਦਾ ਕਸੂਰ ਹੈ? ਸੋ ਉਹਦਾ ਸਾਨੂੰ ਦੁੱਖ ਹੈ ਔਰ ਇਹ ਐਜੀਟੇਸ਼ਨ ਜਲਦੀ ਖਤਮ ਹੋਣੀ ਚਾਹੀਦੀ ਹੈ। ਪਹਿਲੀ ਸਰਕਾਰ ਹੈ ਜਿਹੜੀ ਹਰ ਵਾਰ ਨੰਬਰਤਾ ਦੇ ਨਾਲ 11 ਵਾਰ
ਅੱਜ ਤੱਕ ਕਿਸੇ ਐਜੀਟੇਸ਼ਨ 'ਚ ਨੰਬਰਤਾ ਦੇ ਨਾਲ 11 ਮੀਟਿੰਗਾਂ ਮੇਰੇ ਖਿਆਲ ਨਹੀਂ ਕਿਸੇ ਐਜੀਟੇਸ਼ਨ 'ਚ ਹੋਈਆਂ ਹੋਣਗੀਆਂ। ਫਿਰ ਵੀ ਸਰਕਾਰ ਇਹ ਕਹਿ ਰਹੀ ਹੈ ਵੀ ਤੁਸੀਂ ਸਾਨੂੰ ਕੋਈ ਸੋਲਿਡ ਜਿਹਾ ਸਾਨੂੰ ਤਾਂ ਕੋਈ ਮਸੌਦਾ ਲੈ ਕੇ ਆਓ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਾਂ ਇਹਨੂੰ ਖਤਮ ਕਰੀਏ। ਇਹ ਬਾਂਸਲ ਸਾਹਿਬ, ਇਹਨੂੰ ਰੱਦ ਕਰਨ ਦੇ ਵਿੱਚ ਕੀ ਪ੍ਰੋਬਲਮ ਆ? ਆਖਰ ਗੱਲ ਕਿਉਂ, ਜੇ ਮੰਨ ਲਓ ਕਿਸਾਨ ਮੰਨ ਲੈਂਦੇ ਆਪਾਂ, ਕਿਸਾਨ ਅੜ ਗਏ, ਜਿੱਦ ਕਰ ਲਈ ਉਹਨਾਂ ਨੇ, ਤਾਂ ਜੇ ਕੇਂਦਰ ਸਰਕਾਰ ਹੀ ਕੋਈ ਉਹਨਾਂ ਦੀ ਗੱਲ ਮੰਨ ਲਵੇ ਵੀ ਆਪਾਂ ਇਹਨੂੰ ਰੱਦ ਹੀ ਕਰ ਦਿੰਦੇ ਆ, ਤੇ ਉਹਦੇ 'ਚ ਹਰਜ ਵੀ ਕੀ ਹੈ? 1.5 ਸਾਲ ਜਿਹੜੀ ਰੱਦ ਕਰਨ ਵਾਲੀ ਹੈ ਕਹਿ ਤਾਂ ਦਿੱਤਾ ਸੀ, ਫਿਰ ਕੀ ਹੋਵੇ ਨਹੀਂ ਸੀ? ਸਰ, ਉਹ ਤਾਂ ਪੈਂਡਿੰਗ ਕਰ ਰਹੇ ਸੀ ਨਾ ਆਪਾਂ 1.5 ਸਾਲ। ਦੇਖੋ ਮੇਰੀ ਗੱਲ ਸੁਣੋ, ਕਿਆ ਇਹ ਜਿੱਦ ਨਾਲ ਸਰਕਾਰਾਂ ਜਾਂ ਦੇਸ਼ ਚੱਲਦੇ ਆ? ਦੱਸੋ ਮੈਨੂੰ ਨਾ। ਪੰਜਾਬ 'ਚ ਤੁਸੀਂ ਐਡਾ ਕੁਝ ਦੇਖਿਆ, ਜਿੱਦ ਨਾਲ ਅਸੀਂ 25 ਸਾਲ ਪੰਜਾਬ ਨੂੰ 50 ਸਾਲ ਪਿੱਛੇ ਪਾਤਾ। ਜਿੱਦੇ ਸੀ ਨਾ, ਕਿਆ ਸੀ? ਔਰ ਸਾਡੇ ਧਰਮ ਤੇ ਕਾਂਗਰਸ ਸਰਕਾਰ ਨੇ ਸਾਡੇ ਮਾਨ ਸਨਮਾਨ ਅੰਮ੍ਰਿਤਸਰ ਜੋ ਕੀਤਾ, ਹਰਿਮੰਦਰ ਸਾਹਿਬ ਨਾਲ ਸਾਡੇ ਸਾਹਮਣੇ ਹੈ, ਜੋ ਕਤਲੇਆਮ ਹੋਇਆ ਸਾਡੇ ਸਾਹਮਣੇ ਹੈ। ਕੀ ਸੀ? ਜਿੱਦੇ ਸੀ ਨਾ। ਸੋ ਗੱਲ ਇਹ ਹੈ ਵੀ ਦੇਸ਼ ਸਰਕਾਰਾਂ ਜਿੱਦ ਨਾਲ ਨਹੀਂ ਚੱਲਦੀਆਂ, ਸਰਕਾਰ ਝੁਕਦੀ ਰਹੀ ਹੈ। ਮੈਂ ਸਮਝਦਾ ਦੇਸ਼ ਦਾ ਜੇ ਅਸੀਂ ਭਲਾ ਚਾਹੁੰਦੇ ਹਾਂ, ਜੇ ਕਿਸਾਨ ਵੀਰਾਂ ਦਾ ਭਲਾ ਚਾਹੁੰਦੇ ਹਾਂ, ਜੇ ਅਸੀਂ ਆਪਣੇ ਸਟੇਟ ਦੀ ਭਲਾ ਚਾਹੁੰਦੇ ਹਾਂ, ਤਾਂ ਸਾਨੂੰ ਕਿਤੇ ਨਾ ਕਿਤੇ ਬਹਿ ਕੇ ਇਹਦਾ ਹੱਲ ਕਰਨਾ ਚਾਹੀਦਾ। ਕਿਸਾਨਾਂ ਨੇ ਤਾਂ ਹੁਣ ਵੀ ਚਿੱਠੀ ਲਿਖੀ ਸੀ ਕਿ ਕੇਂਦਰ ਨਾਲ ਵੀ ਗੱਲਬਾਤ ਕਰਨ ਲਈ ਅਸੀਂ ਤਿਆਰ ਹਾਂ, ਪਰ ਕੇਂਦਰ ਨੇ ਕਿਹਾ ਵੀ ਜੇ ਤੁਸੀਂ ਬਿੱਲਾਂ ਤੇ ਗੱਲ ਕਰਨੀ ਤਾਂ ਫਿਰ ਅਸੀਂ ਨਹੀਂ ਮਤਲਬ ਬੈਠਕ ਕਰਨੀ ਤੁਹਾਡੇ ਨਾਲ, ਪਰ ਕਰ ਲੈਣੀ ਚਾਹੀਦੀ ਸੀ। ਨਹੀਂ ਸ਼ਾਇਦ ਤੁਹਾਡੇ ਕੋਲ ਮੇਰੇ ਖਿਆਲ ਤੁਹਾਡੇ ਕੋਲ ਪੂਰੀ ਰਿਪੋਰਟ ਨਹੀਂ ਹੈ। ਨਹੀਂ ਪੂਰੀ ਰਿਪੋਰਟ ਨਹੀਂ ਹੈ। ਕੱਲ੍ਹ ਵੀ ਨਰਿੰਦਰ ਤੋਮਰ ਜੀ ਨੇ ਕਿਹਾ, ਕ੍ਰਿਸ਼ੀ ਮੰਤਰੀ ਨੇ ਕਿਹਾ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਤੁਸੀਂ ਸਾਨੂੰ ਕੋਈ ਸੋਲਿਡ ਜੋ ਤੁਸੀਂ ਲੈ ਕੇ ਆਓ ਤੇ ਅਸੀਂ ਆ ਬੈਠਣ ਨੂੰ ਤਿਆਰ ਹਾਂ। ਕੱਲ੍ਹ ਵੀ ਕਿਹਾ। ਨਹੀਂ, ਉਹਨਾਂ ਨੇ ਗੱਲ ਤਾਂ ਉਹੀ ਹੈ ਨਾ, ਉਹ ਗੱਲ ਉਸ 'ਤੇ ਹੀ ਆਉਂਦੇ ਕਿ ਜਿਹੜੇ ਕਾਨੂੰਨਾਂ ਬਾਰੇ ਰੱਦ ਕਰਨ ਬਾਰੇ ਨਾ ਸਾਡੇ ਨਾਲ ਗੱਲ ਕਰੋ, ਹੋਰ ਕੋਈ ਗੱਲ ਕਰੋ, ਹੋਰ ਗੱਲ ਕਿਸਾਨ ਨਹੀਂ ਕਰਨਾ ਚਾਹੁੰਦੇ। ਨਹੀਂ ਫਿਰ ਤੁਸੀਂ ਜਿਹੜੇ ਕਿਸਾਨ ਆਗੂ ਹੈ, ਮੇਰੇ ਕੋਲ ਕਈ ਐਸੇ ਲੋਕ ਹੈ ਜਿਹੜੇ ਇਹ ਚਾਹੁੰਦੇ ਆ ਵੀ ਇਹ ਮਸਲਾ ਲਟਕਿਆ ਰਹੇ। ਜਿਹੜੇ ਜੈਨੂਨ ਲੋਕ ਆ ਉਹ ਕਰਨਾ ਚਾਹੁੰਦੇ ਆ, ਪਰ ਉਹ ਕਿਸ ਗੱਲ ਤੋਂ ਡਰਦੇ ਆ ਉਹ ਰੱਬ ਜਾਣਦਾ। ਸਰ, ਡੀਜ਼ਲ ਤੇ ਪੈਟਰੋਲ ਤੇ ਆਪਾਂ ਆਉਣੇ ਆ ਕਿ ਡੀਜ਼ਲ ਤੇ ਪੈਟਰੋਲ ਦੀਆਂ ਇੰਨੀਆਂ ਕੀਮਤਾਂ ਕਿਉਂ ਵੱਧ ਗਈਆਂ? ਕਾਰਨ ਕੀ ਇਹਦਾ? ਦੇਖੋ ਵੈਸੇ ਤਾਂ ਤੁਸੀਂ ਪਿਛਲਾ ਰਿਕਾਰਡ ਕੱਢ ਲਓ ਤੇ ਪਹਿਲਾਂ ਵੀ ਪੈਟਰੋਲ 73-80 ਤੋਂ ਟੱਚ ਕਰਕੇ ਕਾਂਗਰਸ ਸਰਕਾਰ ਦੇ ਟਾਈਮ ਮੁੜਦਾ ਰਿਹਾ, ਔਰ ਲੇਕਿਨ 2014 ਤੋਂ ਬਾਅਦ ਇਹ ਦੋਨੋਂ ਚੀਜ਼ਾਂ ਸ਼ਾਇਦ ਡੀਜ਼ਲ 2010 'ਚ ਹੋ ਗਿਆ ਸੀਗਾ, ਪੈਟਰੋਲ 2014 'ਚ ਹੋਇਆ। ਅੱਗੇ ਤਾਂ ਸਰਕਾਰਾਂ ਰੈਗੂਲੇਟ ਕਰਦੀਆਂ ਸੀਗੀਆਂ, ਉਸ ਤੋਂ ਬਾਅਦ ਓਪਨ ਹੋ ਗਿਆ। ਓਪਨ ਹੋ ਕੇ ਹੁਣ ਇੱਕ ਹੁੰਦਾ, ਔਰ ਜੇ ਮੋਟਾ ਜਿਹੜਾ ਰੇਟ ਹੁੰਦਾ ਡੀਜ਼ਲ ਪੈਟਰੋਲ ਦਾ, ਇੱਕ ਹਿੱਸਾ ਕੰਪਨੀਆਂ ਦਾ ਹੁੰਦਾ, ਇੱਕ ਹਿੱਸਾ ਐਕਸਾਈਜ਼ ਦੇ ਰੂਪ 'ਚ ਸੈਂਟਰ ਗੌਰਮੈਂਟ ਦਾ ਹੁੰਦਾ, ਤੇ ਇੱਕ ਹਿੱਸਾ ਸਟੇਟ ਗੌਰਮੈਂਟ ਦਾ ਹੁੰਦਾ। ਸੈਂਟਰ ਸਟੇਟਾਂ ਨੂੰ, ਕਿਉਂਕਿ ਇਹ ਸਾਡਾ ਫੈਡਰਲ ਸਿਸਟਮ ਹੈ, ਉਸ ਸਿਸਟਮ ਦੇ ਨਾਲ ਹੀ ਸਾਰਾ ਦੇਸ਼ ਚੱਲਦਾ। ਇਹਨਾਂ ਸਟੇਟਾਂ ਨੂੰ ਰਿਕੁਐਸਟ ਕਰਦੇ ਰਹੇ ਹੈ ਵੀ ਆਪਾਂ ਜਿਹੜਾ ਪੈਟਰੋਲ ਡੀਜ਼ਲ ਨੂੰ GST ਦੇ ਦਾਇਰੇ 'ਚ ਲੈ ਆਈਏ ਤਾਂ ਕਿ ਲੋਕਾਂ ਨੂੰ ਉਹਦਾ ਫਾਇਦਾ ਹੋ ਜਾਏਗਾ। ਲੇਕਿਨ ਜਿਹੜੀਆਂ ਸਟੇਟ ਗੌਰਮੈਂਟਸ ਹੈ ਉਹ ਆਪਣੇ ਬੈਨੀਫਿਟ ਲਈ ਇਹ ਜਿਹੜੀ ਹੈਗੇ ਇਹਨੂੰ ਲਿਆਉਣਾ ਨਹੀਂ ਚਾਹੁੰਦੀ। ਸੋ ਜਿਹੜੇ ਇਹ ਹੁਣ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਨਾਲ ਰੇਟ ਕੰਟਰੋਲ ਹੋ ਰਹੇ ਹੈ, ਉਸ 'ਚ ਮੋਦੀ ਗੌਰਮੈਂਟ ਦਾ ਕੋਈ ਜ਼ਿਆਦਾ ਇਸ 'ਚ ਉਹ ਤਾਂ ਹੈ ਨਹੀਂ। ਸੋ ਇਸ ਕਰਕੇ ਜਿਹੜੇ ਹੈਗਾ ਰੇਟ ਆ ਉਹ ਕਿਤੇ ਨਾ ਕਿਤੇ ਜਿਹੜੇ ਵੱਧ ਘੱਟ ਹੋ ਰਹੇ। ਓਕੇ, ਧੰਨਵਾਦ ਬਾਂਸਲ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਪ੍ਰਵੀਨ ਬਾਂਸਲ ਜੀ ਸਨ, ਜਿਹੜੇ BJP ਦੇ ਨੇਤਾ ਨੇ, ਪੰਜਾਬ ਦੇ ਮੀਤ ਪ੍ਰਧਾਨ ਨੇ। ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਆ। ਅੱਗੇ ਵੀ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ। ਕੈਮਰਾਮੈਨ ਸਤਵੰਤ ਦੇ ਨਾਲ ਸੁਖ ਗਿੱਲ, ਔਨ 에ਅਰ ਲੁਧਿਆਣਾ ਟਾਈਮਸ।